ਵਾਹਿਗੁਰੂ। ਸ੍ਰੀ ਗੁਰੂ ਨਾਨਕ ਪਗ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼। ਸ੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਮਾਰ ਨਿਜਾਬਤ ਖਾਨ ਕੋ, ਸੰਗੋ ਜੁਝੈ ਜੁਝਾਰ। ਹਾ ਹਾ ਇਕ ਲੋਕੈ ਭਇਓ, ਸੁਰਗ ਲੋਕ ਜੈਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਭੰਗਾਣੀ ਦੇ ਜੰਗ ਦੇ ਮੈਦਾਨ ਵਿੱਚ ਯੋਧੇ ਗੁਰੂ ਪਿਆਰਿਓ ਅੱਗੇ ਹੋ ਕੇ ਲੜ ਰਹੇ ਹਨ ਗੁਰੂ ਕੀਆਂ ਫੌਜਾਂ, ਔਰ ਜਿਹੜੇ ਪਠਾਨ ਆਪਣੇ ਆਪ ਨੂੰ ਬਹੁਤ ਤਕੜਾ ਸਮਝਦੇ ਸਨ ਉਹਨਾਂ ਦੀਆਂ ਭਾਜਣਾ ਪਈਆਂ ਹੋਈਆਂ। ਗੁਰੂ ਕੇ ਮੱਝਾਂ ਚਾਰਨ ਵਾਲਿਆਂ ਨੇ, ਗੁਰੂ ਕੇ ਹਲਵਾਈ ਨੇ, ਕਿਰਪਾਲ ਦਾਸ ਜੀ ਇੱਕ ਸਾਧ ਨੇ, ਇੱਕ ਮਹੰਤ ਨੇ, ਐਸੀ ਜੰਗ ਦੇ ਮੈਦਾਨ ਵਿੱਚ ਕਲਾ ਦਿਖਾਈ ਗੁਰੂ ਕਿਰਪਾ ਸਦਕਾ ਕਿ ਪਠਾਨ ਜਿਹੜੇ ਹਨ ਕਹਿ ਦਿਓ ਕਿ ਚੱਪਣੀ 'ਚ ਨੱਕ ਡਵਾਉਣ ਵਾਲੀ ਸ਼ਰਮ ਨਾਲ ਮਰ ਗਏ, ਔਰ ਹੈਰਾਨ ਹੋ ਗਏ ਵੀ ਗੁਰੂ ਦੇ ਇਹ ਸਿੱਖ ਜਿਨ੍ਹਾਂ ਨੂੰ ਅਸੀਂ ਅਣਸਿੱਖੇ ਸਮਝਦੇ ਸੀ, ਇਹਨਾਂ ਨੇ ਕਿਸ ਤਰ੍ਹਾਂ ਇੱਦਾਂ ਜੰਗ ਕੀਤਾ। ਔਰ ਆਪਸ ਵਿੱਚ ਕਹਿੰਦੇ ਆ ਓਏ ਡੁੱਬ ਮਰੋ ਸ਼ਰਮ ਦੇ ਸਮੁੰਦਰ 'ਚ, ਸਾਨੂੰ ਉਹ ਅਣਸਿੱਖੇ ਹੀ ਮਾਰੀ ਜਾਂਦੇ ਹਨ। ਇਸ ਤਰ੍ਹਾਂ ਗੁਰੂ ਪਿਆਰਿਓ ਹੁਣ ਭਾਈ ਸੰਗੋ ਸ਼ਾਹ ਅਤੇ ਨਜਾਬਤ ਖਾਂ ਜਰਨੈਲ ਪਠਾਨਾਂ ਦਾ ਅਤੇ ਸੰਗੋ ਸ਼ਾਹ ਗੁਰੂ ਕਾ ਜਰਨੈਲ, ਪੰਜਾਂ ਭਰਾਵਾਂ 'ਚੋਂ ਵੱਡਾ ਵੀਰ ਬੀਬੀ ਬੀਰੋ ਦਾ ਪੁੱਤਰ, ਜਿਹੜਾ ਕਿ ਗੁਰੂ ਪਿਆਰਿਓ ਨਜਾਬਤ ਨਾਲ ਦੋ ਹੱਥ ਕਰ ਰਿਹਾ ਸੀ। ਕਾਫੀ ਸਮਾਂ ਦੋਨਾਂ ਦਾ ਜੰਗ ਚੱਲਿਆ ਕਿਉਂਕਿ ਦੋਨੇ ਹੀ ਤੀਰ ਅੰਦਾਜ਼ੀ ਦੇ ਵਿੱਚ ਪਰਪੱਕ ਸਨ, ਘੱਟ ਨਹੀਂ ਸੀ। ਪਠਾਨ ਨਜਾਬਤ ਖਾਂ ਵੀ ਘੱਟ ਨਹੀਂ ਸੀ ਅਤੇ ਇਹਦੇ ਸੰਗੋ ਸ਼ਾਹ 'ਤੇ ਵੀ ਗੁਰੂ ਸਾਹਿਬ ਦੀ ਕਿਰਪਾ ਸੀ। ਤੀਰ ਚੱਲਦੇ ਰਹੇ, ਸ਼ਸਤਰ ਚੱਲਦੇ ਰਹੇ, ਇੱਕ ਦੂਜੇ ਨੂੰ ਦਾਅ ਹੇਠ ਲੈਂਦੇ ਰਹੇ ਅਤੇ ਅਖੀਰ ਦੋਨਾਂ ਦੇ ਸਾਂਝੇ ਵਾਰ ਚੱਲੇ। ਔਰ ਗੁਰੂ ਪਿਆਰਿਓ ਦੋਨੇ ਹੀ ਸਿੰਘ ਜਿਹੜੇ ਹਨ, ਸੰਗੋ ਸ਼ਾਹ ਗੁਰੂ ਕਾ ਸਿੱਖ ਅਤੇ ਪਠਾਨਾਂ ਦਾ ਜਰਨੈਲ ਜਿਹੜਾ ਹੈ, ਉਹ ਗੁਰੂ ਪਿਆਰਿਓ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ, ਸ਼ਹੀਦੀਆਂ ਪਾ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਸੰਗੋ ਸ਼ਾਹ ਦੇ ਸ਼ਹੀਦ ਹੁੰਦਿਆਂ ਹੀ
ਉਸ ਨੂੰ ਸ਼ਾਹ ਸੰਗਰਾਮ ਦਾ ਨਾਮ ਦਿੱਤਾ ਹੈ। ਔਰ ਇਸ ਤਰ੍ਹਾਂ ਇਹ ਦੋਨੇ ਯੋਧੇ ਜੂਝਦੇ ਹੋਏ ਸ਼ਹੀਦੀਆਂ ਪਾ ਗਏ। ਨਿਜਾਬਤ ਖਾਨ ਨੂੰ ਵੀ ਮਾਰ ਦਿੱਤਾ ਹੈ ਤੇ ਸੰਗੋ ਸ਼ਾਹ ਵੀ। ਪਾਤਸ਼ਾਹ ਜੀ ਨੇ ਵੇਖਿਆ ਸੰਗੋ ਸ਼ਾਹ ਨੇ ਇੱਕ ਵੀ ਪੈਰ ਪਿੱਛੇ ਨਹੀਂ ਕੀਤਾ ਔਰ ਪਠਾਨ ਦਾ ਖਾਤਮਾ ਕਰਕੇ ਆਪ ਗੁਰੂ ਚਰਨਾਂ ਵਿੱਚ ਜਾ ਬਰਾਜਿਆ। ਔਰ ਇਹ ਚੀਜ਼ ਦੇਖਦੇ ਆ ਮੇਰੇ ਪ੍ਰੀਤਮ 10ਵੇਂ ਪਾਤਸ਼ਾਹ ਜੀ ਨੂੰ ਗੁੱਸਾ ਆਇਆ, ਜੋਸ਼ ਆਇਆ। ਹੁਣ ਆਪ ਸਤਿਗੁਰੂ ਜੰਗ ਦੇ ਮੈਦਾਨ ਵਿੱਚ ਵੜਦੇ ਹਨ ਤਾਂ ਕਿ ਦੋ ਟੁਕ ਇਸ ਜੰਗ ਦਾ ਫੈਸਲਾ ਕਰ ਦਿੱਤਾ ਜਾਵੇ, ਖਾਤਮਾ ਕਰ ਦਿੱਤਾ ਜਾਵੇ। ਆਓ ਇਸ ਕਥਾ ਨੂੰ ਅੱਗੇ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮਾਰ ਨਿਜਾਬਤ ਖਾਨ ਕੋ ਸੰਗੋ ਜੁਜੈ ਜੁਝਾਰ। ਹਾਂ ਇੱਕ ਲੋਕੈ ਭਇਓ ਸੁਰਗ ਲੋਕ ਜੈਕਾਰ। ਇਸ ਤਰ੍ਹਾਂ ਸੰਗੋ ਸ਼ਾਹ ਜਦੋਂ ਨਿਜਾਬਤ ਖਾਨ ਨੂੰ ਮਾਰ ਦਿੰਦਾ ਹੈ ਤੇ ਸਿੰਘ ਵੀ ਜੂਝ ਗਿਆ, ਕਿਉਂਕਿ ਇਹਦੇ ਸਰੀਰ ਤੇ ਵੀ ਤੀਰਾਂ ਦੇ ਤਲਵਾਰਾਂ ਦੇ ਬੇਅੰਤ ਜ਼ਖਮ ਹੋ ਚੁੱਕੇ ਸਨ ਔਰ ਇਹ ਵੀ ਜੂਝ ਗਿਆ ਜੰਗ ਦੇ ਮੈਦਾਨ ਵਿੱਚ। ਸਿੱਖਾਂ ਦੇ ਵਿੱਚ ਭਾਵੇਂ ਇਸ ਤਰ੍ਹਾਂ ਇਹਦੇ ਸ਼ਹੀਦ ਹੋਣ ਦਾ ਦੁੱਖ ਹੋਇਆ, ਪਰ ਸਵਰਗ ਲੋਕ ਦੇ ਵਿੱਚ ਜੈ ਜੈਕਾਰਾਂ ਹੋ ਰਹੀਆਂ ਹਨ। ਵੇਖ ਪੁਰਸ਼ਾਰਥ ਵੀਰ ਕੋ ਕਰਿਓ ਜੰਗ ਵੱਡ ਕਾਮ। ਇਸ ਤਰ੍ਹਾਂ ਸੰਗੋ ਸ਼ਾਹ ਦਾ ਜੰਗ ਦੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਸ਼ਾਬਾਸ਼ੇ ਵੀ ਦਿੰਦੇ ਆ, ਕਹਿੰਦੇ ਵਾਹ ਬਈ ਵਾਹ, ਇਹਨੇ ਬਹੁਤ ਜੰਗ ਦੇ ਵਿੱਚ ਵੱਡਾ ਕੰਮ ਕੀਤਾ ਹੈ ਜੀ। ਸੰਗੋ ਕਾ ਸਤਿਗੁਰ ਧਰਿਓ ਨਾਮ ਸ਼ਾਹ ਸੰਗਰਾਮ। ਇਉਂ ਸੰਗੋ ਦਾ ਨਾਮ ਜਿਹੜਾ ਹੈ ਇਸ ਜੰਗ ਦਾ ਸ਼ਾਹ ਰੱਖ ਦਿੱਤਾ ਹੈ। ਸੰਗਰਾਮ ਹੁੰਦਾ ਜੰਗ, ਭੰਗਾਣੀ ਦੇ ਜੰਗ ਦਾ ਸ਼ਾਹ ਜਿਹੜਾ ਹੈ ਉਹ ਸੰਗੋ ਸ਼ਾਹ ਹੋਇਆ ਹੈ। ਨਾਮ ਗੁਰੂ ਸਾਹਿਬ ਨੇ ਧਰਿਆ ਹੈ ਜੀ। ਸਾਵਲ ਛੰਦ ਲੱਗੇ ਘਾਵ ਸੋ ਹੈ ਟਚੜੀ ਬੰਕ ਪਉ ਹੈ। ਇਸ ਤਰ੍ਹਾਂ ਜਦ ਵੇਖਿਆ ਯੋਧੇ ਦੇ ਗੁੱਸੇ ਦੇ ਨਾਲ ਨੇਤਰ ਉੱਪਰ ਚੜੇ ਹੋਏ ਸਨ, ਸਰੀਰ ਛੱਡਦਿਆਂ ਜਿਹੜਾ ਹੈ ਉੱਥੇ ਹੀ ਨੇਤਰ ਖੜ ਗਏ ਹਨ ਔਰ ਬੰਕ ਪਾਹਾਂ ਵੀ ਤਾਹਾਂ ਚੜੀਆਂ ਹੋਈਆਂ ਹਨ ਸੇਲੀਆਂ। ਗਿਰਿਓ ਜੰਗ ਮਾਹੀ ਹਟਿਓ ਪੈਰ ਨਾਹੀ। ਔਰ ਜਿੱਥੇ ਜੰਗ ਕਰ ਰਿਹਾ ਸੀਗਾ 2 ਕਦਮ ਅੱਗੇ ਹੋ ਕੇ ਹੀ ਡਿੱਗਿਆ ਹੈ, ਪਿੱਛੇ ਨਹੀਂ ਹਟਿਆ ਜੀ। ਗਇਓ ਦੇਵ ਲੋਕੰ ਜਹਾਂ ਨਾਹਿ ਸ਼ੋਕੰ। ਗਇਓ ਦੇਵ ਲੋਕੰ ਜਹਾਂ ਨਾਹਿ ਸ਼ੋਕੰ। ਇਸ ਤਰ੍ਹਾਂ ਇਹ ਯੋਧਾ ਸੰਗੋ ਸ਼ਾਹ ਵੀ ਦੇਵ ਲੋਕ ਨੂੰ ਸੱਚਖੰਡ ਨੂੰ ਚਲਿਆ ਗਿਆ, ਜਿੱਥੇ ਕੋਈ ਗਮ ਨਹੀਂ ਹੈ। ਬੇਗਮਪੁਰਾ ਸ਼ਹਿਰ ਕੋ ਨਾਓ। ਗਿਰੇ ਵੀਰ ਦੋਈ ਪ੍ਰਭੂ ਪੇਖ ਸੋਈ। ਇਉਂ ਸਤਿਗੁਰਾਂ ਦੇ ਸਾਹਮਣੇ ਦੋਨੇ ਯੋਧੇ ਜਿਹੜੇ ਸਨ ਲੜਦੇ ਹੋਏ ਡਿੱਗ ਪਏ ਜੰਗ ਦੇ ਮੈਦਾਨ ਵਿੱਚ, ਸ਼ਹੀਦ ਹੋ ਗਏ ਜੀ। ਚੱਲੇ ਆਪ ਆਗੇ ਹਿਰਦੇ ਕੋਪ ਜਾਗੇ। ਹੁਣ ਮੇਰੇ ਪ੍ਰੀਤਮ ਜੀ ਨੇ ਆਪ ਸ਼ਸਤਰ ਚੜਿਆ ਚੱਕਿਆ ਹੈ, ਸੰਦੂਕ ਸੰਭਾਲਿਆ ਹੈ ਤੇ ਜੰਗ ਦੇ ਵਿੱਚ ਲੜਨ ਲਈ ਤਿਆਰ ਹੋਏ ਜੀ। ਸੰਭਾਰੇ ਕੁਦੰਡੰ ਖਤੰਗੇ ਪ੍ਰਚੰਡੰ। ਇਸ ਤਰ੍ਹਾਂ ਇੱਕ ਵੱਡਾ ਸਖਤ ਕਮਾਨ ਚੱਕਿਆ ਹੈ, ਪ੍ਰਚੰਡ ਤੀਰ ਚੱਕੇ ਹਨ। ਭਇਓ ਤੇਜ ਘੋਰਾ ਜਰੀ ਜੀਨ ਬੋਰਾ। ਔਰ ਘੋੜਾ ਸਤਿਗੁਰਾਂ ਦੇ ਸਾਹਮਣੇ ਖੜਾ ਹੈ ਜਿਹੜਾ ਤਿਆਰ ਪਰ ਤਿਆਰ ਕਾਠੀ ਕਸੀ ਹੋਈ ਹੈ। ਖਾਨ ਖੂਨੀ ਰਿਸੇ ਪੇਖ ਦੂਨੀ। ਇਸ ਤਰ੍ਹਾਂ ਖਾਨਾਂ ਨੂੰ ਹੋਰ ਗੁੱਸਾ ਚੜ ਗਿਆ ਜਦੋਂ ਇਹਨਾਂ ਦਾ ਦੂਸਰਾ ਜਰਨੈਲ ਨਿਜਾਬਤ ਖਾਨ ਵੀ ਮਾਰੇ ਗਿਆ। ਇੱਕ ਹਯਾਤ ਖਾਨ ਸੀਗਾ ਜਿਸ ਦਾ ਸਿਰ ਭੰਨਿਆ ਮਹੰਤ ਕਿਰਪਾਲ ਦਾਸ ਜੀ ਨੇ, ਔਰ ਦੂਸਰਾ ਜਿਹੜਾ ਹੈ ਸੰਗੋ ਸ਼ਾਹ ਨੇ ਪਾਰ ਬੁਲਾ ਦਿੱਤਾ ਹੈ। ਕਹਿੰਦੇ ਪਠਾਨਾਂ ਨੂੰ ਬੜਾ ਗੁੱਸਾ ਆਇਆ ਜੀ। ਬੰਬ ਭੂਰੀ ਸੁਣੀ ਜਾਏ ਦੂਰੀ। ਇਸ ਤਰ੍ਹਾਂ ਬੰਬ ਹੁੰਦੇ ਐ, ਗੁਰੂ ਪਿਆਰਿਓ ਨਗਾਰਿਆਂ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦੇਣ ਲੱਗੀ। ਨਗਾਰਿਆਂ ਵਾਲਿਆਂ ਨੇ ਚੋਟਾਂ ਤੇਜ਼ ਕਰ ਦਿੱਤੀਆਂ ਜੀ। ਤੈ ਖਾਨ ਢੂਕੈ ਮੁਖੰ ਮਾਰ ਕੂਕੈ। ਔਰ ਖਾਨ ਵੀ ਇਕੱਠੇ ਹੋ ਕੇ ਅੱਗੇ ਵਧਦੇ ਹਨ ਔਰ ਮੂੰਹ ਚੋਂ ਮਾਰ ਲੋ ਦੀਆਂ ਚੀਕਾਂ ਪਾਉਂਦੇ ਹਨ। ਗੁਰੂ ਬਾਨ ਲੀਨਾ ਧਨੈ ਚਕੀਨਾ। ਸਤਿਗੁਰਾਂ ਨੇ ਇੱਕ ਤੀਰ ਰੱਖਿਆ, ਇੱਕ
ਕਮਾਨ ਦੇ ਵਿੱਚ ਖਿੱਚਿਆ ਹੈ। ਤਜਿਓ ਬੇਗ ਸੰਗਾ ਲੱਗਿਓ ਖਾਨ ਅੰਗਾ। ਇਉਂ ਸਤਿਗੁਰਾਂ ਦਾ ਛੱਡਿਆ ਤੀਰ ਖਾਨ ਦੇ ਜਾ ਲੱਗਿਆ ਸਰੀਰ ਦੇ ਉੱਤੇ। ਗਿਰਿਓ ਖਾ ਜੰਗ ਖੇਤਾ ਨਹੀਂ ਫੇਰ ਚੇਤਾ। ਇਸ ਤਰ੍ਹਾਂ ਗੁਰੂ ਪਿਆਰਿਓ ਉਹ ਤੀਰ ਜਿਹੜਾ ਸੀਗਾ ਖਾਨ ਦੇ ਜਾ ਵੱਜਿਆ ਤੇ ਖਾਨ ਡਿੱਗ ਪਿਆ, ਫੇਰ ਨਹੀਂ ਉੱਠਿਆ, ਭਾਵ ਮਰ ਗਿਆ। ਦੱਸਿਓ ਨਾਗ ਮਾਨੋ ਕਰੇ ਪ੍ਰਾਨ ਹਾਨੋ। ਐਸਾ ਸਤਿਗੁਰਾਂ ਦਾ ਛੱਡਿਆ ਤੀਰ ਉੱਡਨੇ ਸੱਪ ਦੀ ਨਿਆਈ ਸ਼ੋਕਦਾ ਗਿਆ ਤੇ ਉਹਦੀ ਜਾਨ ਕੱਢ ਲਈ ਜੀ। ਦੁਤੀ ਬਾਣ ਲੈ ਕੇ ਗੁਨੰ ਜੋਰ ਕੀਕੈ। ਫਿਰ ਪਾਤਸ਼ਾਹ ਜੀ ਨੇ ਦੂਜਾ ਕਮਾਨ ਤੀਰ ਕੱਢਿਆ ਹੈ, ਚਿਲੇ ਵਿੱਚ ਚੜਾਇਆ ਬੜੇ ਜੋਸ਼ ਦੇ ਨਾਲ। ਕਰਿਓ ਤਾਨ ਤਾਨਾ ਲੱਗਿਓ ਖਾਨ ਕਾਨਾ। ਔਰ ਖਿੱਚ ਕੇ ਖਾਨਾ ਦੇ ਝੁੰਡ ਦੇ ਵਿੱਚ ਸਤਿਗੁਰਾਂ ਨੇ ਇੱਕ ਹੋਰ ਤੀਰ ਮਾਰਿਆ। ਦੋਹਰਾ ਸਭ ਖਾਨਨ ਸਰਦਾਰ ਵੱਡ ਨਾਮ ਜੋ ਭੀਖਨ ਖਾਨ। ਨਿਮਕ ਹਰਾਮੀ ਜਾਨ ਕੈ ਮਾਰਿਓ ਤੀਖਨ ਬਾਨ। ਔਰ ਇਹ ਸੀਗਾ ਸਾਹਮਣੇ ਇਹਨਾਂ ਦਾ ਤੀਸਰਾ ਜਰਨੈਲ ਭੀਖਨ ਖਾਨ, ਜੋ ਲੂਣ ਹਰਾਮੀ ਗੁਰੂ ਦਾ ਲੂਣ ਖਾ ਕੇ ਭਜਿਆ। ਸਤਿਗੁਰਾਂ ਨੇ ਇੱਕ ਤੀਰ ਇਸ ਭੀਖਨ ਖਾਂ ਵੱਲ ਛੱਡਿਆ ਹੈ ਜੀ। ਰਸਾਵਲ ਛੰਦ ਮੁਖੰ ਤਾਕ ਮਾਰੈ ਮਾਰਾ ਮਨੋ ਨਾਗ ਕਰ। ਇਉਂ ਜਦੋਂ ਛੱਡਿਆ ਸਤਿਗੁਰਾਂ ਨੇ ਉਹਦਾ ਨਿਸ਼ਾਨਾ ਧਰ ਕੇ ਔਰ ਉਹਦੇ ਮੂੰਹ ਤੇ ਜਾਂਦਾ ਵੱਜਿਆ ਜਿਵੇਂ ਕਾਲੇ ਨਾਗ ਨੇ ਡੰਗ ਮਾਰਿਆ ਹੋਵੇ ਜੀ। ਚੱਲਿਓ ਛੂਕ ਆਗੈ ਰਿਪੂ ਤਰਾਸ ਲਾਗੈ। ਔਰ ਛੂਕਦਾ ਹੋਇਆ ਤੀਰ ਦੁਸ਼ਮਣ ਦੇ ਵੱਲ ਗਿਆ, ਡਰ ਗਿਆ ਦੁਸ਼ਮਣ। ਨਹੀਂ ਠਾੜ ਹੋਵਾ ਪ੍ਰਭੂ ਭੀਮ ਜੋਵਾ। ਔਰ ਇਸ ਤਰ੍ਹਾਂ ਸਤਿਗੁਰਾਂ ਦੇ ਸਾਹਮਣੇ ਉਹ ਖੜ ਨਹੀਂ ਸਕਿਆ। ਬਚਿਓ ਆਪ ਭਾਗਿਓ ਤਰੰਗੈ ਸੋ ਲਾਗਿਓ। ਐਸਾ ਸਤਿਗੁਰਾਂ ਦਾ ਭੈ ਉਹਨੂੰ ਲੱਗਿਆ। ਔਰ ਜਿਹੜਾ ਪਾਤਸ਼ਾਹ ਨੇ ਤੀਰ ਛੱਡਿਆ ਸੀਗਾ ਉਹ ਘੋੜੇ ਨੂੰ ਜਾ ਵੱਜਿਆ ਤੇ ਇਹ ਦੁਸ਼ਟ ਪਿੱਛੇ ਭੱਜਿਆ ਜੀ। ਪਰਿਓ ਪਾਰ ਜਾਈ ਗਿਰਿਓ ਜੰਗ ਥਾਈ। ਤੋ ਜੰਗ ਦੇ ਮੈਦਾਨ ਵਿੱਚ ਘੋੜਾ ਜਿਹੜਾ ਉਹ ਤੀਰ ਦੇ ਨਾਲ ਪਾਰ ਬੋਲ ਗਿਆ, ਭਾਵ ਡਿੱਗ ਪਿਆ, ਮਰ ਗਿਆ ਜੀ। ਮਰਿਓ ਸੋ ਕੇ ਕਾਨਾ ਚੱਲਿਓ ਤਿਆਗ ਖਾਨਾ। ਔਰ ਭੀਖਨ ਖਾਂ ਜਿਹੜਾ ਹੈ ਘੋੜੇ ਦੇ ਡਿੱਗਦਿਆਂ ਹੀ ਉੱਠ ਕੇ ਪੁੱਠਾ ਭੱਜ ਲਿਆ ਹੈ। ਗੁਰੂ ਬਾਣ ਆਨਾ ਤਜੈ ਹਾਨ ਖਾਨਾ। ਗੁਰੂ ਜੀ ਦੇ ਹੋਰ ਬਾਣ ਆਏ ਖਾਨ ਨੂੰ ਮਾਰਨ ਵਾਸਤੇ। ਨੰਦੀ ਚੰਦ ਛਿਪਰੰ ਦਇਆ ਰਾਮ ਵਿਪਰੰ। ਨੰਦ ਚੰਦ ਅਤੇ ਛੇਤੀ ਦੇ ਨਾਲ ਦਇਆ ਰਾਮ ਪ੍ਰੋਹਤ ਇਹ ਵੀ ਦੋਨੇ ਸਤਿਗੁਰਾਂ ਦੇ ਕੋਲ ਆ ਗਏ। ਗੁਰੂ ਕੋ ਪਹਿਰਾ ਸੰਗਰਾਮੰ ਵਡੇਰਾ। ਇਹਨਾਂ ਨੇ ਹੁਣ ਗੁਰੂ ਦਾ ਜਾਹੋ ਜਲਾਲ ਜੋਸ਼ ਦੇਖਿਆ ਚਿਹਰੇ ਦਾ, ਬੜਾ ਚੜ੍ਹਦੀ ਕਲਾ ਦੇ ਨਾਲ। ਪਰੇ ਧਾਏ ਦੋਈ ਹਨੈ ਖਾਨ ਜੋ ਸੋਈ। ਇਸ ਤਰ੍ਹਾਂ ਹੁਣ ਇਹ ਦੋਨੇ ਜਣੇ ਹੀ ਸਤਿਗੁਰਾਂ ਦੇ ਇੱਕ ਉਧਰ ਤੇ ਇੱਕ ਉਧਰ ਹੋ ਗਏ। ਕਰਿਓ ਜੋਰ ਹੱਲਾ ਨਹੀਂ ਜਾਏ ਝੱਲਾ। ਕਹਿੰਦੇ ਇਹਨਾਂ ਨੇ ਹੁਣ ਸਤਿਗੁਰਾਂ ਦੇ ਕੋਲ ਖੜ ਕੇ ਐਸਾ ਉਹਨਾਂ ਤੇ ਹਮਲਾ ਬੋਲਿਆ ਕਿ ਉਹਨਾਂ ਤੋਂ ਝੱਲਿਆ ਨਹੀਂ ਗਿਆ ਜੀ। ਪਰਿਓ ਸ਼ੋਰ ਉੱਚਾ ਸੋ ਦੂਰੇ ਪਹੁੰਚਾ। ਔਰ ਮਾਰ ਲੋ ਫੜ ਲੋ ਦਾ ਸ਼ੋਰ ਪੈ ਗਿਆ ਐਸਾ, ਜੰਗ ਇੱਕ ਵਾਰੀ ਫਿਰ ਗਰਮ ਹੋ ਗਿਆ। ਟਿਕੇ ਖਾਨ ਨਾਹੀ ਹਿਰਦੇ ਤਰਾਸ ਮਾਹੀ। ਤੋ ਇਦਾਂ ਦੇ ਤੀਰ ਗੜਿਆਂ ਦੀ ਨਿਆਈ, ਸੱਪਾਂ ਦੀ ਨਿਆਈ ਆਉਣ ਲੱਗੇ ਤਾਂ ਪਠਾਨਾਂ ਦੇ ਪੈਰ ਹਲ ਗਏ। ਪ੍ਰਹਾਰੀ ਸੁਭਾਗੇ ਵੱਡੇ ਘਾਵ ਲਾਗੇ। ਔਰ ਜਿਵੇਂ ਜਿਵੇਂ ਤੀਰ ਵੱਜਦੇ ਆ ਇਹਨਾਂ ਦੇ ਵੱਡੇ ਜ਼ਖਮ ਹੁੰਦੇ ਆ, ਪਿੱਛੇ ਭੱਜਣ ਲੱਗੇ ਜੀ। ਭਇਓ ਜੰਗ ਭਾਰਾ ਨਾ ਜਾਈ ਸਹਾਰਾ। ਐਸਾ ਭਿਆਨਕ ਜੰਗ ਹੋਇਆ ਜਿਹੜਾ ਕਿ ਪਠਾਨਾਂ ਤੋਂ ਝੱਲਿਆ ਨਹੀਂ ਗਿਆ। ਹਜ਼ਾਰਾਂ ਸੋ ਜੋਧਾ ਵੱਡੇ ਤਿਆਗ ਕ੍ਰੋਧਾ। ਇਸ ਤਰ੍ਹਾਂ ਪਹਾੜੀਏ ਕੁਝ ਪਠਾਨ ਹਜ਼ਾਰਾਂ ਹੀ ਯੋਧੇ ਸਤਿਗੁਰਾਂ ਦੇ ਚਿਹਰੇ ਦਾ ਜੋਸ਼ ਦੇਖ ਕੇ ਔਰ ਤੀਰ ਛੱਡਣ ਦਾ ਅੰਦਾਜ਼ ਦੇਖ ਕੇ ਕਹਿੰਦੇ ਇਹਨਾਂ ਦੇ ਦਿਲ ਹਲ ਗਏ ਔਰ ਭੱਜ ਚੱਲੇ। ਮਿਲੇ ਭੂਤ ਪ੍ਰੇਤੰ ਭਖੈ ਮਾਸ ਖੇਤੰ। ਔਰ ਜੰਗ ਦੇ ਮੈਦਾਨ ਵਿੱਚ ਫਿਰ ਮਾਸ ਖਾਣ ਵਾਲੇ ਜਾਨਵਰ, ਭਾਈ ਸਾਹਿਬ ਨੇ ਬੜਾ ਥੋੜਾ ਰੰਗ ਬਣਾਇਆ ਕਥਾ ਦੇ ਵਿੱਚ। ਕਹਿੰਦੇ ਭੂਤ ਪ੍ਰੇਤ ਡਾਕਣੀਆਂ ਜੋਗਣੀਆਂ ਔਰ ਗਿੱਦੜੀਆਂ ਜਿਹੜੇ ਮਾਸ ਖਾਣ ਵਾਲੇ ਜਾਨਵਰ ਹਨ ਉਹ ਇਕੱਠੇ ਹੋ ਗਏ ਜੀ। ਵੱਡੀ ਗ੍ਰਿਜ ਬੋਲੈ ਵਿਸਾਲੀ ਕਲੋਲੈ। ਵੱਡੀਆਂ ਵੱਡੀਆਂ ਗਿਰਜਾਂ ਪਹਿਲਾਂ ਮਾਲ ਵਿੱਚ ਹੁੰਦੀਆਂ ਸੀ, ਪਤਾ ਨਹੀਂ ਹੁਣ ਕਿੱਧਰ ਚਲੀਆਂ ਗਈਆਂ। ਗੁਰੂ ਪਿਆਰਿਓ
ਪਰਮੇਸ਼ਰ ਨੇ ਕੀੜੇ ਤੋਂ ਲੈ ਕੇ ਹਾਥੀ ਤੱਕ ਜੋ ਵੀ ਬਣਾਇਆ ਸੰਸਾਰ ਦੇ ਵਿੱਚ, ਕੁਦਰਤ ਵਿੱਚ, ਉਹਦਾ ਕੋਈ ਨਾ ਕੋਈ ਰੋਲ ਜ਼ਰੂਰ ਹੈ। ਔਰ ਇਹਨਾਂ ਗਿਰਜਾਂ ਦਾ ਕੰਮ ਸੀਗਾ ਇਸ ਮਾਸ ਨੂੰ, ਮੁਰਦੇਹਾਨ ਨੂੰ ਖਤਮ ਕਰਨਾ। ਖੈਰ ਚਲੋ ਇਸ ਪਾਸੇ ਨਾ ਜਾਈਏ। ਇਹ ਜੰਗ ਦੇ ਮੈਦਾਨ ਵਿੱਚ ਕਹਿੰਦੇ ਬਹੁਤ ਸਾਰੀਆਂ ਗਿਰਜਾਂ ਉਤਰੇ ਆਈਆਂ ਔਰ ਕਲੋਲਾ ਕਰਦੀਆਂ, ਮਾਸ ਖਾ ਖਾ ਕੇ ਉੱਡੀਆਂ ਫਿਰਦੀਆਂ ਜੀ। ਫਿਰੇ ਆਨ ਸਿਆਰੰ ਪੁਕਾਰੈ ਪੁਕਾਰੰ। ਗਿੱਦੜ ਵੀ ਆ ਗਏ ਹਨ, ਖਾ ਖਾ ਕੇ ਰੱਜ ਗਏ ਤੇ ਚੀਕਾਂ ਮਾਰਦੇ ਐ। ਮੇਲੀ ਜੋਗਨੀਆਂ ਮਹਾ ਸ਼ਰੌਨ ਪੀਆ। ਔਰ ਜੋਗਣੀਆਂ ਨੇ ਬੜਾ ਖੂਨ ਪੀਤਾ ਇੱਥੇ। ਡੱਕੀ ਡਾਕਣਾਈ ਡਕਾਰੈ ਅਗਾਈ। ਔਰ ਡਾਕਣੀਆਂ ਜੋਗਣੀਆਂ ਪੀ ਪੀ ਕੇ ਖੂਨ ਰੱਜ ਗਈਆਂ। ਜਿਹੜੀ ਕਿਸੇ ਵੇਲੇ ਕਲਹ ਬਾਬੇ ਨਾਨਕ ਨੂੰ ਕਹਿੰਦੀ ਸੀ ਮੈਂ ਬਹੁਤ ਭੁੱਖੀ ਆ, ਅੱਜ ਉਹ ਕਲਹ ਜੰਗ ਦੇ ਮੈਦਾਨ ਵਿੱਚ ਕਹਿੰਦੇ ਮਾਨੋ ਪੀ ਪੀ ਕੇ ਖੂਨ ਰੱਜ ਰਹੀ ਹੈ। ਭਇਓ ਭੀਮ ਥਾਨਾ ਤਰਸੇ ਬਰਿੰਦ ਖਾਨਾ। ਇਸ ਤਰ੍ਹਾਂ ਜੰਗ ਦਾ ਮੈਦਾਨ ਇੰਨਾ ਗਰਮ ਹੋ ਗਿਆ ਸਤਿਗੁਰਾਂ ਦੇ ਆਉਣ ਨਾਲ ਕਿ ਭਿਆਨਕ ਰੂਪ ਧਾਰ ਗਿਆ ਔਰ ਖਾਨ ਪਠਾਨ ਜਿਹੜੇ ਡਰ ਗਏ ਜੀ। ਪਰੀ ਲੋਥ ਬਰਿੰਦਾ ਬਿਲੰਦਾ ਨਿਕੰਦਾ। ਔਰ ਲੋਥਾਂ ਦੇ ਢੇਰ ਲੱਗ ਰਹੇ ਆ ਇੱਕ ਦੂਜੇ ਦੇ ਉੱਤੇ। ਪ੍ਰਿਥੀ ਸ਼ਰੋਣ ਫੈਲਾ ਪਰਿਓ ਐਲ ਭੈਲਾ। ਔਰ ਧਰਤੀ ਦੇ ਉੱਤੇ ਭਿਆਨਕ ਲਾਲ ਰੰਗ ਦਾ ਖੂਨ ਗੁਰੂ ਪਿਆਰਿਓ ਵਗਣ ਲੱਗੇ ਆ। ਇੱਧਰ ਉੱਧਰ ਬੜਾ ਸ਼ੋਰ ਵੀ ਹੋ ਰਿਹਾ ਹੈ। ਦੋਹਰਾ ਜੀਤ ਮੱਲ ਕੇ ਤੀਰ ਸੋ ਹਰੀ ਚੰਦ ਮੁਰਝਾਏ। ਸਨੇ ਸਨੇ ਲਹਿ ਚੇਤਨਾ ਦੇਖੇ ਖਾਨ ਪਰਾਏ। ਤਾਂ ਗੁਰੂ ਪਿਆਰਿਓ ਇਹ ਜਿਹੜਾ ਜੀਤਮਲ ਤੇ ਹਰੀਚੰਦ ਦਾ ਜੰਗ ਪਿਛਲੇ ਦਿਨੀ ਆਪਾਂ ਸਰਵਣ ਕੀਤਾ। ਜੀਤਮਲ ਸ਼ਹੀਦੀਆਂ ਪਾ ਗਿਆ ਸੀ, ਇਹ ਬੇਹੋਸ਼ ਹੋ ਗਿਆ ਸੀਗਾ। ਹੌਲੀ ਹੌਲੀ ਕਹਿੰਦੇ ਇਸ ਨੂੰ ਵੀ ਹੋਸ਼ ਆਉਣ ਲੱਗੇ ਹੈ। ਇਹਨੇ ਜਦੋਂ ਪਠਾਨਾਂ ਨੂੰ ਭਜਦੇ ਵੇਖਿਆ ਹੈ ਜੀ। ਉਮੜਿਓ ਆਵਤ ਗੁਰੂ ਦਲ ਜੰਗ ਫਤਿਹ ਕੋ ਪਾਏ। ਔਰ ਗੁਰੂ ਕੀਆਂ ਫੌਜਾਂ ਇਹਨਾਂ ਪਠਾਨਾਂ ਦੇ ਮਗਰ ਪਈਆਂ। ਜਦੋਂ ਇਸ ਨੇ ਆਉਂਦੇ ਗੁਰੂ ਕੀਆਂ ਫੌਜਾਂ ਨੂੰ ਭਜਦੇ ਵੇਖਿਆ ਆਪਣੇ ਵੱਲ। ਸਹਿ ਨਾ ਸਕਿਓ ਨਿਜ ਹਾਰ ਕਾ ਘਾਵ ਸੋ ਦ੍ਰਿੜ ਬੰਧਾਏ। ਔਰ ਆਪਣੇ ਜ਼ਖਮ ਤੇ ਪੱਟੀ ਬੰਨੀ ਇਸ ਨੇ ਜੋ ਛਾਤੀ ਦੇ ਵਿੱਚ ਹੋ ਗਿਆ ਸੀ, ਢਿੱਡ ਵਿੱਚ ਹੋ ਗਿਆ ਸੀ। ਕਹਿੰਦੇ ਉਹਨੂੰ ਚੰਗੀ ਤਰ੍ਹਾਂ ਬੰਨ ਕੇ ਫੇਰ ਲੜਨ ਦੇ ਲਈ ਤਿਆਰ ਹੋ ਗਿਆ। ਸਾਵਲ ਚੰਦ ਹਰੀ ਚੰਦ ਜੋਧਾ ਉੱਠਿਓ ਫੇਰ ਕ੍ਰੋਧਾ। ਇਹਨੇ ਫੇਰ ਹਿਰਦੇ ਵਿੱਚ ਗੁੱਸਾ ਲਿਆਂਦਾ, ਜੋਸ਼ ਲਿਆਂਦਾ, ਉੱਠਿਆ ਖੜਾ ਹੋਇਆ। ਸੰਭਾਰਿਓ ਕੋ ਦੰਡਾ ਸਰੰਗ ਸੰਧ ਛੰਡਾ। ਔਰ ਇਸ ਨੇ ਆਪਣਾ ਕਮਾਨ ਚੱਕਿਆ ਔਰ ਪਾ ਕੇ ਤੀਰ ਛੱਡਿਆ ਜੀ। ਪੁੰਨੰ ਆਨ ਲੀਨੇ ਤਜੇ ਓਜ ਕੀਨੇ। ਔਰ ਇਸ ਤਰ੍ਹਾਂ ਫਿਰ ਹੋਰ ਤੀਰ ਪਾਏ ਉਹ ਛੱਡਿਆ ਬੜੇ ਜ਼ੋਰ ਦੇ ਨਾਲ। ਗੁਰੂ ਵੀਰ ਮਾਰੇ ਸੋ ਆਗੇ ਪਧਾਰੇ। ਇਹੋ ਗੁਰੂ ਕੀਆਂ ਸਿੱਖਾਂ ਦੇ ਵਾਲੇ ਤੀਰ ਛੱਡਣ ਲੱਗੇ ਜਿਸੈ ਅੰਗ ਲਾਗੈ ਤਵੈ ਪ੍ਰਾਨ ਤਿਆਗੈ। ਇਹੋ ਗੁਰੂ ਕੇ ਕੁਝ ਸਿੱਖ ਦੇ ਤੀਰਾਂ ਨਾਲ ਸ਼ਹੀਦੀਆਂ ਪਾ ਗਏ। ਸੁਰੰਗ ਲੋਕ ਜਾਵੈ ਬਰੰਗ ਬਰੈ ਹੂਰ ਆਵੈ। ਔਰ ਮਾਨੋ ਦੇਵ ਲੋਕ ਨੂੰ ਜਾ ਰਹੇ ਹੈ ਮੌਤ ਰੂਪੀ ਲਾੜੀ ਨੂੰ ਵਰਨ ਦੇ ਲਈ, ਹੂਰਾਂ ਨੂੰ ਵਰਨ ਦੇ ਲਈ। ਤਉ ਵੀਰ ਭਾਰੇ ਮਰੇ ਨਾ ਪਿਛਾਰੇ। ਪਰ ਫੇਰ ਵੀ ਜਿਹੜੇ ਗੁਰੂ ਕੇ ਯੋਧੇ ਹੈ ਡਰਦੇ ਨਹੀਂ, ਹੋਰ ਅੱਗੇ ਵਧਦੇ ਹਨ। ਹਾਲੰ ਹਾਲ ਘਾਲੇ ਅੱਗੇ ਪਾਏ ਡਾਲੇ। ਔਰ ਹੱਲੇ ਤੇ ਹੱਲਾ ਕਰਦੇ ਹੋਏ ਗੁਰੂ ਕੀਆਂ ਫੌਜਾਂ ਹਰੀ ਚੰਦ ਵੱਲ ਆ ਰਹੀਆਂ। ਹਰੀ ਚੰਦ ਹੀਰੇ ਸੋ ਕੋਪਿਓ ਕਨੇਰੇ। ਹਰੀ ਚੰਦ ਨੇ ਵੇਖਿਆ ਕਿ ਗੁਰੂ ਕੇ ਸਿੱਖ ਇਹਨੇ ਮਾਰ ਦਿੱਤੇ, ਪਰ ਡਰਦੇ ਨਹੀਂ, ਇਹ ਗੁੱਸਾ ਕੀਤਾ ਹੈ। ਸੰਦੇ ਬਾਨ ਦੋ ਕਰੇ ਓਜ ਸੋ। ਇਹਨੇ ਦੋ ਤੀਰ ਇਕੱਠੇ ਚੜਾਏ, ਆਪਣੇ ਕਮਾਨ ਦੇ ਵਿੱਚ ਖਿੱਚੇ ਐ। ਹੱਤੈ ਇੱਕ ਬਾਰੀ ਲੱਗੇ ਹੋਏ ਪਾਰੀ। ਔਰ ਇਸ ਤਰ੍ਹਾਂ ਇਹਦਾ ਤੀਰ ਜਿਹੜਾ ਹੈ ਆ ਕੇ ਘੋੜੇ ਦੇ ਜਾਂ ਗੁਰਸਿੱਖ ਦੇ ਲੱਗਦਾ ਹੈ ਤੇ ਪਾਰ ਹੋ ਜਾਂਦਾ ਹੈ ਜੀ। ਪਤੰਗ ਹਵੈ ਕੇ ਕੋਰਾ ਪ੍ਰਹਾਰੈ ਸੋ ਜੋਰਾ। ਔਰ ਸਿਪਾਹੀ ਹੋਵੇ ਜਾਂ ਘੋੜਾ ਹੋਵੇ, ਇਹਦਾ ਛੱਡਿਆ ਤੀਰ ਪਾਰ ਹੋ ਜਾਂਦਾ ਹੈ। ਤਨੰ ਫੋਰ ਦਿੱਤਾ ਗਿਰੇ ਜੰਗ ਖੇਤਾ। ਇਉਂ ਸ਼ਹੀਦੀਆਂ ਪਾ ਰਹੇ ਐ ਸਿੱਖ ਵੀ ਸਤਿਗੁਰਾਂ ਦੇ ਕੁਝ। ਉੱਠੈ ਪੈ ਨਾ ਸੋਈ ਮਹਾ ਨੀਂਦ ਸੋਈ। ਔਰ ਉੱਥੇ ਹੀ ਸੌ ਜਾਂਦੇ ਹਨ ਸੂਰਮੇ ਮਾਨੋ। ਗੁਰੂ ਹੇਤ ਤਾਂ ਕੋ ਵੱਡੋ ਵੀਰ ਬਾਂਕੋ। ਸਤਿਗੁਰਾਂ ਨੇ ਵੇਖਿਆ ਇਹ ਤੀਰ ਚਲਾਉਣ ਚ ਬੜਾ ਤਿਆਰ ਹੈ, ਯੋਧਾ ਹੈ।
ਗਏ ਤਾਹੇ ਆਗੇ ਜਿਸੇ ਕੋਪ ਜਾਗੇ। ਇਹਨੂੰ ਬਹੁਤਾ ਹੀ ਗੁੱਸਾ ਚੜੇ, ਅਸੀਂ ਪਾਤਸ਼ਾਹ ਇਹਦੇ ਸਾਹਮਣੇ ਚਲੇ ਗਏ। ਹਰੀ ਚੰਦ ਦੇਖੈ ਪ੍ਰਭੂ ਜੀ ਪਰੇਖੈ। ਹਰੀ ਚੰਦ ਨੇ ਵੇਖਿਆ ਕਿ ਗੁਰੂ ਆਪ ਲੜਨ ਵਾਸਤੇ ਆ ਗਿਆ ਤਬੈ ਹੈ, ਤਾਨ ਬਾਨੰ ਬਲੀ ਵੀਰ ਜਵਾਨੰ। ਔਰ ਇਹਨੇ ਫੇਰ ਤੀਰ ਖਿੱਚਿਆ, ਸਤਿਗੁਰਾਂ ਦੇ ਵੱਲ ਕਰਕੇ ਛੱਡਿਆ ਹੈ। ਗੁਰੂ ਔਰ ਮਾਰਾ ਮਨੁ ਆਏ ਮਾਰਾ। ਬੜਾ ਜ਼ੋਰ ਦੇ ਨਾਲ ਇਸਨੇ ਤੀਰ ਛੱਡਿਆ ਹੈ ਗੁਰੂ ਸਾਹਿਬ ਦੇ ਵੱਲ। ਗਇਓ ਹੱਥ ਠਾਗਾ ਹਯੰ ਅੰਗ ਲਾਗਾ। ਔਰ ਇਸ ਦਾ ਜਿਹੜਾ ਹੱਥ ਹਲ ਗਿਆ ਤੇ ਉਹ ਤੀਰ ਘੋੜੇ ਦੇ ਆ ਲੱਗਿਆ ਹੈ ਜੀ। ਕਛੂ ਘਾਵ ਥੋਰਾ ਪ੍ਰਭੂ ਕੇਰ ਘੋਰਾ। ਸਤਿਗੁਰਾਂ ਦੇ ਘੋੜੇ ਦੇ ਥੋੜਾ ਜ਼ਖਮ ਹੋਇਆ ਹੈ, ਤਿਮੰ ਬੇਗ ਧਾਰੇ ਸੋ ਪੀਰਾ ਸਹਾਰੇ। ਔਰ ਉਸ ਪੀੜ ਨੂੰ ਚੱਲਦਾ ਹੋਇਆ ਘੋੜਾ ਗੁਰੂ ਪਿਆਰੋ ਉਸੇ ਤਰ੍ਹਾਂ ਤੇਜ਼ੀ ਨਾਲ ਅੱਗੇ ਵਧਿਆ ਹੈ। ਰਿਸਿਓ ਸੈਲ ਰਾਜਾ ਸਰਿਓ ਨਾਹੀ ਕਾਜਾ। ਉਹਨੂੰ ਹੋਰ ਗੁੱਸਾ ਆ ਗਿਆ ਕਿ ਮੇਰਾ ਤੀਰ ਟਿਕਾਣੇ ਨਹੀਂ ਲੱਗਿਆ। ਲਿਓ ਬਾਨ ਆਨਾ ਸੋ ਚਾਂਪੰ ਸੰਧਾਨਾ। ਇਹਨੇ ਇੱਕ ਹੋਰ ਤੀਰ ਖਿੱਚਿਆ, ਭੱਥੇ ਚੋਂ ਚਾਪ ਦੇ ਵਿੱਚ ਪਾਇਆ, ਕਮਾਨ ਦੇ ਵਿੱਚ ਖਿੱਚਿਆ ਹੈ ਜੀ। ਗੁਰੂ ਵੀਰ ਭਾਰੀ ਨਿਹਾਰੇ ਅਗਾਰੀ। ਔਰ ਗੁਰੂ ਯੋਧੇ ਦੇ ਵੱਲ ਇਸਨੇ ਨਿਸ਼ਾਨਾ ਰੱਖਿਆ ਹੈ। ਬਨਾਏ ਨਿਸ਼ਾਨਾ ਤਜਿਓ ਤੀਖ ਖਾਨ ਬਾਨਾ। ਨਿਸ਼ਾਨਾ ਧਰ ਕੇ ਇਸਨੇ ਛੱਡਿਆ ਤੀਰ। ਗਇਓ ਹੱਥ ਹਾਲੀ ਭਇਓ ਵਾਰ ਖਾਲੀ। ਇਹਦਾ ਫੇਰ ਹੱਥ ਹਲ ਗਿਆ ਛੱਡਦੇ ਦਾ, ਤੇ ਤੀਰ ਸਤਿਗੁਰਾਂ ਦੀ ਸਾਈਡ ਤੋਂ ਲੰਘ ਗਿਆ ਹੈ। ਸੋਹਿਓ ਸਰੋਣ ਸੰਗਾ ਪਰਿਓ ਸੁਖ ਤੰਗਾ। ਇਸ ਤਰ੍ਹਾਂ ਉਹ ਤੀਰ ਵੀ ਖਾਲੀ ਜਾ ਕੇ ਧਰਤੀ ਤੇ ਪਏ ਖੂਨ ਵਿੱਚ ਖੁੱਭ ਗਿਆ ਹੈ। ਕਛੂ ਕਾਬ ਹੋਵਾ ਲਹੂ ਬ੍ਰਿੰਦ ਜੋਵਾ। ਔਰ ਗੁਰੂ ਪਿਆਰਿਓ ਕਹਿੰਦੇ ਇਸ ਤੀਰ ਨੇ ਵੀ ਇੱਕ ਜ਼ਖਮ ਕੀਤਾ ਛੋਟਾ ਜਿਹਾ। ਹਰੀ ਚੰਦ ਹੇਰੇ ਬਿਸਮਿਓ ਕਨੇਰੇ। ਔਰ ਹੈਰਾਨ ਹੋ ਗਿਆ ਕਿ ਮੇਰਾ ਨਿਸ਼ਾਨਾ ਕਦੇ ਓਕਿਆ ਨਹੀਂ, ਤੇ ਅੱਜ ਮੇਰਾ ਨਿਸ਼ਾਨਾ ਸਤਿਗੁਰ ਦੇ ਲੱਗ ਕਿਉਂ ਨਹੀਂ ਰਿਹਾ। ਲੱਗਾ ਤੀਰ ਨਾਹੀ ਭਇਓ ਮੋਹਿ ਕਾਹੀ। ਸੋਚਦਾ ਕਿ ਮੈਨੂੰ ਕੀ ਹੋ ਗਿਆ, ਮੇਰਾ ਨਿਸ਼ਾਨਾ ਕਿਉਂ ਉੱਕ ਜਾਂਦਾ ਹੈ। ਤੁਰੰਗੇ ਨਾ ਮਾਰਾ ਨਾ ਸ਼ਤਰੂ ਸੰਘਾਰਾ। ਨਾ ਇਹਨਾਂ ਦਾ ਘੋੜਾ ਮਰਿਆ ਤੇ ਨਾ ਇਹ ਆਪ ਹੀ ਮਰਿਆ। ਜੋ ਵਿਦਿਆ ਕਮਾਈ ਨਹੀਂ ਕਾਮ ਆਈ। ਕਹਿੰਦਾ ਮੇਰੀ ਵਿਦਿਆ ਅੱਜ ਮੈਨੂੰ ਸਾਥ ਨਹੀਂ ਦੇ ਰਹੀ। ਗੁਰੂ ਸਾਵਧਾਨਾ ਅਡੋਲੰ ਨਿਸ਼ਾਨਾ। ਔਰ ਇਧਰ ਗੁਰੂ ਸਾਵਧਾਨ ਹਨ, ਅਡੋਲ ਬੈਠੇ ਆ ਘੋੜੇ ਦੇ ਉੱਪਰ। ਤਾਊ ਮੈਂ ਨਾ ਰਹਿਓ ਧਾਰ ਪ੍ਰਾਨਾ। ਮੇਰੇ ਸਾਹਮਣੇ ਖੜੇ ਆ, ਮੈਂ ਉਹਨਾਂ ਨੂੰ ਮਾਰ ਨਹੀਂ ਸਕਿਆ। ਵਿਚਾਰੈ ਉਦਾਰਾ ਮਨੋ ਜੁਧ ਹਾਰਾ। ਔਰ ਇਹਦੇ ਦਿਮਾਗ ਦੇ ਵਿੱਚ ਇਹ ਗੱਲ ਬਹਿ ਗਈ ਹੈ ਵੀ ਮੇਰੇ ਨਿਸ਼ਾਨੇ ਤਿੰਨ ਜਿਹੜੇ ਹਨ ਉੱਕ ਗਏ ਹਨ, ਹੁਣ ਮੈਂ ਯੁੱਧ ਨੂੰ ਹਾਰ ਜਾਵਾਂਗਾ। ਪੁਰਨੰ ਦੇਖ ਨੈਣਾ ਲਿਓ ਬਾਨ ਪੈਨਾ। ਫੇਰ ਇਹਨੇ ਇੱਕ ਤਿੱਖਾ ਤੀਰ ਕੱਢਿਆ ਪੱਥੇ ਦੇ ਵਿੱਚੋਂ। ਤੱਕਿਓ ਵਿੱਚ ਛਾਤੀ ਲੱਗੇ ਪ੍ਰਾਨ ਘਾਤੀ। ਇਹਨੇ ਗੁਰੂ ਸਾਹਿਬ ਦੀ ਛਾਤੀ ਦਾ ਨਿਸ਼ਾਨਾ ਰੱਖ ਕੇ ਛੱਡਿਆ। ਕਰੇ ਓਜ ਸ਼ੋਰਾ ਚੱਲਿਓ ਸ਼ੂਕ ਕੋਰਾ। ਇਸ ਨੇ ਗੁਰੂ ਪਿਆਰਿਓ ਜਾਂ ਤੀਰ ਛੱਡਿਆ ਤੇ ਸ਼ੂਕਦੇ ਹੋਏ ਘੋੜੇ ਦੀ ਤਰ੍ਹਾਂ ਤੀਰ ਆਇਆ ਗੁਰੂ ਸਾਹਿਬ ਦੇ ਵੱਲ। ਤੀ ਬੰਦ ਪੇਟੀ ਚਹੂ ਓਰੇ ਲਪੇਟੀ। ਸਤਿਗੁਰਾਂ ਦੇ ਕਮਰ ਕਸੇ ਦੀ ਥਾਂ ਦੇ ਉੱਤੇ ਇੱਕ ਚਮੜੇ ਦੀ ਪੇਟੀ ਵੀ ਬੰਨੀ ਹੋਈ ਸੀ ਧੁੰਨੀ ਵਾਲੇ ਥਾਂ ਦੇ ਉੱਪਰ। ਸਰੰਗੰਗ ਘਾਤੀ ਲੱਗਿਓ ਵਿੱਚ ਛਾਤੀ। ਔਰ ਗੁਰੂ ਪਿਆਰਿਓ ਇਹ ਤੀਰ ਜਿਹੜਾ ਹੈ ਆ ਕੇ ਸਰ ਕਰਦਾ ਉਸ ਪੇਟੀ ਦੇ ਵਿੱਚ ਖੁੱਭਿਆ ਹੈ। ਤਹਾਂ ਦਵਾਲ ਭਾਥਾ ਸੋ ਪੇਟੀ ਕੇ ਸਾਥਾ। ਔਰ ਅੱਗੇ ਪੇਟੀ ਬੰਨੀ ਹੋਈ ਸੀ, ਪੇਟੀ ਦੇ ਉੱਤੇ ਕੱਪੜਾ ਬੰਨਿਆ ਹੋਇਆ ਸੀ, ਚਮੜੇ ਦਾ ਪੱਥਾ ਟੰਗਿਆ ਹੋਇਆ ਸੀਗਾ ਮੋਢੇ ਤੇ ਇਸ ਤਰ੍ਹਾਂ ਉਹਦਾ ਤੀਰ ਜਿਹੜਾ ਪੇਟੀ ਵਿੱਚ ਖੁੱਭ ਕੇ ਥੋੜਾ ਜਿਹਾ ਗਇਓ ਵੇਦ ਦੋ ਚੁਬਿਓ ਚਰਮ ਸੋ। ਕਹਿਣ ਲੱਗੀ ਉਸ ਕੱਪੜੇ ਨੂੰ ਪੇਟੀ ਨੂੰ ਬਿੰਨ ਕੇ ਥੋੜਾ ਅੱਗੇ ਜਾ ਕੇ ਸਤਿਗੁਰਾਂ ਦੇ ਸਰੀਰ ਤੇ ਵੀ ਛੁੱਭਿਆ। ਗੁਰੂ ਕਾਢ ਗੇਰਾ ਕਹਿਓ ਤਾਹੇ ਬੇਰਾ। ਕੱਢ ਕੇ ਤੀਰ ਉਹਦਾ ਸਿੱਟ ਦਿੱਤਾ ਤੇ ਫਿਰ ਸਤਿਗੁਰਾਂ ਨੇ ਹੁਣ ਲਲਕਾਰਾ ਮਾਰਿਆ। ਦੋਹਰਾ ਸਾਧ ਸਾਧ ਬਲ ਤੋਹੇ ਕਾ ਜਿਸ ਪਰ ਧਰਤ ਗੁਮਾਨੋ। ਵਿਦਿਆ ਸਿੱਖੀ ਇਤ ਕਹੀ ਕਹਾਂ ਓਜ ਤਜਬਾਨੋ। ਸਤਿਗੁਰੂ ਪਾਤਸ਼ਾਹ ਕਹਿੰਦੇ ਵਾਹ ਬਈ ਵਾਹ, ਸ਼ਾਬਾਸ਼, ਤੈਨੂੰ ਇੰਨਾ ਮਾਣ ਗੁਮਾਨ ਹੈ ਆਪਣੇ ਉੱਤੇ, ਆਪਣੀ ਬਾਣ ਵਿਦਿਆ ਦੇ ਉੱਤੇ। ਤੂੰ ਬਹੁਤ ਸਿੱਖੀ ਹੋਣੀ ਹੈ ਪਰ ਤੈਨੂੰ ਤੀਰ ਚਲਾਉਣਾ ਨਹੀਂ ਆਉਂਦਾ। ਸ਼ਤਰੂ ਹਤਨ ਕੋ ਹਤਨ ਤੋ ਹਿਤ ਰਹਿਓ ਘਾਵ ਤਨਕ ਨਹਿ ਪਾਈ। ਦੁਸ਼ਮਣ ਨੂੰ ਤੂੰ ਕੀ ਮਾਰੇਗਾ, ਇੰਨਾ ਵੀ ਜ਼ਖਮ ਨਹੀਂ ਹੋਇਆ। ਪਰ ਇੱਥੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ
ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਹੁਣ ਜਦੋਂ ਥੋੜਾ ਜਿਹਾ ਤੀਰ ਖੁੱਭਿਆ ਸਰੀਰ ਦੇ ਉੱਪਰ ਜਾ ਕੇ, ਪੇਟੀ ਦੇ ਵਿੱਚੋਂ ਲੰਘ ਕੇ, ਸਤਿਗੁਰ ਕਹਿੰਦੇ ਵੇ ਤੂੰ ਕੀ ਦੁਸ਼ਮਣ ਨੂੰ ਮਾਰੇਗਾ, ਤੂੰ ਤਾਂ ਇੱਕ ਜ਼ਖਮ ਵੀ ਨਹੀਂ ਕਰ ਸਕਿਆ। ਕਹਾਂ ਕਰਹਿ ਵਿਸ਼ਵਾਸ ਕੋ ਲਿਓ ਵਿਜੈ ਅਰ ਆਕਾਈ। ਤੈਨੂੰ ਕੀ ਭਰੋਸਾ ਆਪਣੀ ਵਿਦਿਆ ਉੱਤੇ ਵੀ ਤੂੰ ਜਿੱਤ ਜਾਵੇਂਗਾ। ਤੀਰ ਵਾਰ ਤੈਂ ਕਰ ਚੁੱਕਿਓ ਅਬ ਦੇਹੁ ਮੇਰੋ ਵਾਰ। ਮੈਂ ਤੇਰੇ 3 ਵਾਰ ਚੱਲੇ ਹਾਂ, ਤੂੰ 3 ਵਾਰ ਕੀਤੇ ਐ, ਹੁਣ ਮੇਰੀ ਵਾਰੀ ਆ, ਖੜ ਜਾ। ਦੇਖਿਓ ਵਿਦਿਆ ਤਨੁਖ ਕੀ ਜਿਮ ਭੱਟ ਕਰਹਿ ਉਚਾਰ। ਹਾਂ ਤੈਨੂੰ ਦੱਸਾਂ ਜੋਧੇ ਨੂੰ ਤੀਰ ਕਿਵੇਂ ਚਲਾਉਣਾ ਚਾਹੀਦਾ ਹੈ। ਲੱਗਿਓ ਬਾਣ ਕਾਢਿਓ ਜਬੈ ਨਿਕਸੀ ਸ਼ਰਾਉਣਤ ਬੂੰਦ। ਇਹਦਾ ਮਾਰਿਆ ਤੀਰ ਜਦ ਖਿੱਚਿਆ ਪੇਟੀ ਚੋਂ, ਥੋੜਾ ਉਹਨੂੰ ਬੂੰਦ ਖੂਨ ਦੀ ਲੱਗੀ ਐ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਖੇਰੇ ਦਾ ਬਿਲੰਦ। ਔਰ ਸਤਿਗੁਰੂ ਪਾਤਸ਼ਾਹ ਬੜੇ ਹੱਸ ਪਏ, ਖੁਸ਼ ਹੋਏ, ਤੇ ਨਾਲੇ ਆਪਣੇ ਭੱਥੇ ਚੋਂ ਤੀਰ ਕੱਢਦੇ ਐ। ਛਤਰੀ ਧਰਮ ਕੋ ਧਾਰਕੈ ਭੈ ਨ ਕਰਹਿ ਬਰ ਵੀਰੋ। ਔਰ ਛਤਰੀ ਧਰਮ ਨੂੰ ਧਾਰਨ ਕਰਕੇ ਜਿਹੜਾ ਯੋਧਾ ਹੈ ਉਹ ਡਰਨਾ ਨਹੀਂ ਚਾਹੀਦਾ। ਪੁਨ ਰਿਪ ਸਨਮੁਖ ਦੇਖ ਕੈ ਖਰੇ ਖੇਤ ਧਰ ਧੀਰ। ਔਰ ਸਤਿਗੁਰੂ ਪਾਤਸ਼ਾਹ ਤਾਂ ਯੋਧਿਆਂ ਦੇ ਯੋਧੇ ਆ, ਸੂਰਮਿਆਂ ਦੇ ਸੂਰਮੇ ਆ, ਸ਼ਾਹਾਂ ਦੇ ਸ਼ਾਹ ਹੈ, ਸਭ ਕੁਝ ਜਾਣਨ ਵਾਲੇ। ਇਸ ਕਰਕੇ ਉਹਨਾਂ ਨੇ ਕਿਹਾ ਡਰਨਾ ਸੀਗਾ। ਉਹਦਾ ਮਾਰਿਆ ਤੀਰ ਖਿੱਚ ਕੇ ਪਰੇ ਚਲਾ ਕੇ ਮਾਰਿਆ, ਆਪਣਾ ਤੀਰ ਭੱਥੇ ਚੋਂ ਕੱਢਿਆ, ਕਹਿੰਦੇ ਖੜ ਜਾ ਹੁਣ, ਲੈ ਸਾਡਾ ਵੀ ਵਾਰੀ ਲੈਂਦਾ ਜਾ। ਰਸਾਵਲ ਛੰਦ ਜਬੈ ਬਾਣ ਲਾਗਿਓ ਪਿਖੇ ਕੋ ਪਜਾਗਿਓ। ਜਬੈ ਬਾਣ ਲਾਗਿਓ ਤਵੈ ਰੋਸ ਜਾਗਿਓ। ਸਤਿਗੁਰਾਂ ਨੂੰ ਗੁੱਸਾ ਆਇਆ। ਲਿਓ ਚਾਂਪ ਆਪੂ ਮਹਾ ਛਤਰ ਖਾਪੂ। ਸਤਿਗੁਰਾਂ ਨੇ ਆਪਣਾ ਜਿਹੜਾ ਕਮਾਨ ਹੈ ਮੋਢੇ ਤੋਂ ਲਾ ਕੇ ਸਿੱਧਾ ਕੀਤਾ ਹੈ। ਕੱਢਿਓ ਤੀਰ ਤਿੱਖਾ ਜੋ ਸਾਂਪੰਗ ਸਰੀਖਾ। ਔਰ ਸਤਿਗੁਰਾਂ ਨੇ ਆਪਣੇ ਭੱਥੇ ਵਿੱਚੋਂ ਸੱਪ ਦੀ ਤਰ੍ਹਾਂ ਤਿੱਖਾ ਤੀਰ ਕੱਢਿਆ ਇੱਕ। ਗੋਨੰਗ ਜੋਰ ਬੰਤਾ ਨਾ ਲੱਗਿਓ ਪਾਨ ਕਾਨਾ। ਆਪਣੀ ਸ਼ਾਸਤਰ ਵਿਦਿਆ ਦੇ ਜੋਸ਼ ਨਾਲ ਸਤਿਗੁਰਾਂ ਨੇ ਜ਼ੋਰ ਨਾਲ ਉਸ ਤੀਰ ਨੂੰ ਕਮਾਨ ਦੇ ਵਿੱਚ ਪਾ ਕੇ ਕੰਨ ਤੀ ਖਿੱਚਿਆ। ਹਰੀ ਚੰਦ ਹੀਰਾ ਨਿਸ਼ਾਨੂ ਬਡੇਰਾ। ਔਰ ਹਰੀ ਚੰਦ ਸਾਹਮਣੇ ਹੈ ਤੇ ਉਹਦਾ ਨਿਸ਼ਾਨਾ ਧਰਿਆ ਹੈ। ਰੇ ਦੇ ਤਾਕ ਆਛੇ ਰਿਪੂ ਨਾਸ਼ ਬਾਛੇ। ਚੰਗੀ ਤਰ੍ਹਾਂ ਨਿਸ਼ਾਨਾ ਰੱਖ ਕੇ ਸਤਿਗੁਰੂ ਉਸ ਦੇ ਛਾਤੀ ਦਾ, ਹਿਰਦੇ ਦਾ ਨਿਸ਼ਾਨਾ ਬਣਾ ਕੇ ਦੁਸ਼ਟ ਨੂੰ ਇੱਕੋ ਨਾਲ ਹੀ ਮਾਰਨਾ ਚਾਹੁੰਦੇ ਐ। ਅਜਿਓ ਸ਼ੀਗਰ ਧਾਰੀ ਗਇਓ ਬੇਗ ਭਾਰੀ। ਬੜੀ ਤੇਜ਼ੀ ਦੇ ਨਾਲ ਕਹਿੰਦੇ ਤੀਰ ਛੱਡਿਆ ਤੇ ਸ਼ੂਕਦਾ ਹੋਇਆ ਸੱਪ ਦੀ ਨਿਆਈ ਗਿਆ। ਦੱਸਿਓ ਨਾਗ ਮਾਨੋ ਗਿਰਿਓ ਪ੍ਰਾਨ ਹਾਨੋ। ਜਿਵੇਂ ਉੱਡਣਾ ਸੱਪ ਮੱਥੇ ਵਿੱਚ ਡੰਗ ਮਾਰਦਾ ਉੱਡ ਕੇ, ਇਸੇ ਤਰ੍ਹਾਂ ਕਹਿੰਦੇ ਇਸ ਤੀਰ ਨੇ ਜਾ ਕੇ ਉਹਦੇ ਸੱਪ ਦੀ ਨਿਆਈ ਡੰਗ ਮਾਰਿਆ ਤੇ ਜਾਨ ਕੱਢ ਲਈ ਜੀ। ਦਾ ਫੋਰ ਪਾਰਾ ਪਰਿਓ ਜਾਏ ਨਗਿਆਰਾ। ਔਰ ਛਾਤੀ ਪਾੜ ਗਈ ਆ ਤੀਰ ਦੇ ਨਾਲ, ਘੋੜੇ ਤੋਂ ਡਿੱਗ ਕੇ ਹੋ ਗਿਆ। ਤਰੂ ਜਿਉ ਪੁਰਾਨਾ ਮੰਨੋ ਬਾਯੂ ਹਾਨਾ। ਜਿਵੇਂ ਦਰਖਤ ਡਿੱਗ ਪੈਂਦਾ ਹਨੇਰੀ ਦੇ ਨਾਲ, ਇਉਂ ਡਿੱਗ ਪਿਆ। ਵੇਖਿਓ ਦੌਨ ਊਰਾ ਕਰਿਓ ਭੂਰ ਸ਼ੋਰਾ। ਔਰ ਦੋਨੇ ਪਾਸੇ ਯੋਧਿਆਂ ਨੇ ਦੇਖਿਆ, ਪਹਾੜੀਆਂ ਤੇ ਪਠਾਨਾਂ ਨੇ ਰੌਲਾ ਪਾ ਦਿੱਤਾ। ਪਟੰਗ ਹਿਲ ਘਾਲਾ ਪਠਾਨੇ ਬਿਸਾਲਾ। ਕਹਿੰਦੇ ਪਠਾਨਾਂ ਨੇ ਵੀ ਇੱਕ ਵਾਰੀ ਤਕੜਾ ਹਮਲਾ ਕਰਨ ਦੀ ਸਲਾਹ ਕੀਤੀ ਹੈ ਰੌਲਾ ਪਾ ਕੇ। ਗੁਰੂ ਬਾਣ ਮਾਰੇ ਅਨੇਕਾਂ ਸੰਘਾਰੇ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਤੀਰਾਂ ਦੀ ਬਾਛੜ ਲਿਆ ਦਿੱਤੀ ਹੈ। ਗੁਰੂ ਪਿਆਰਿਓ, ਐਨੇ ਤੀਰ ਮਾਰੇ ਕਿ ਜਿਹੜਾ ਮੂਹਰੇ ਆਇਆ ਮਰਨ ਲੱਗਿਆ। ਚੱਲਿਓ ਅਗਰੇ ਆਇਓ ਸੋ ਜਾਣੈ ਨ ਪਾਇਓ। ਜਿਹੜਾ ਮੂਹਰੇ ਆ ਗਿਆ ਉਹ ਬਚਿਆ ਨਹੀਂ। ਕਨੇ ਘਾਏ ਗੇਰੇ ਤਰਸੇ ਮ੍ਰਿਤਰੋ ਮ੍ਰਿਤੋ ਘੇਰੇ। ਬਹੁਤ ਸਾਰੇ ਪਠਾਨ ਤੇ ਪਹਾੜੀਏ ਭਾਵ ਜੋ ਅੜਿਆ ਸੋ ਝੜਿਆ। ਲੀਏ ਸੂਰ ਮਾਰੀ ਭਜੇ ਪੀਰ ਭਾਰੇ। ਬਹੁਤ ਸਾਰੇ ਯੋਧੇ ਮਰ ਗਏ ਤੇ ਬਾਕੀ ਦੇ ਡਰੋਕਲ ਭੱਜਣਾ ਸ਼ੁਰੂ ਹੋ ਗਏ। ਕਹਾਂ ਲਓ ਉਚਾਰੈ ਪਰੀ ਲੋਹ ਮਾਰੈ। ਭਾਈ ਸੰਤੋਖ ਸਿੰਘ ਕਵੀ ਕਹਿੰਦਾ, ਮੈਂ ਭੰਗਾਣੀ ਦਾ ਜੰਗ ਜਿੰਨਾ ਕੁ ਮੈਂ ਆਪ ਜੀ ਨੂੰ ਸੁਣਾਉਣਾ ਸੀ ਸੁਣਾ ਸਕਿਆ ਸੁਣਾਇਆ, ਪਰ ਮੈਂ ਕਿੱਥੋਂ ਤੱਕ ਦੱਸਾਂ ਕਿ ਇੱਥਾ ਕਿੰਨਾ ਲੋਹੇ ਤੇ ਲੋਹਾ ਖੜਕੇ ਐ। ਗੁਰੂ ਜੀਤ ਹੋਈ ਦਲੰਗ ਜਾਨ ਦੋਈ। ਇਉਂ ਗੁਰੂ ਕੇ ਫੌਜਾਂ ਦੇ ਜਿੱਤ ਹੋ ਗਈ ਹੈ। ਦੋਨੇ ਦਲਾਂ ਨੂੰ ਪਤਾ ਲੱਗ ਗਿਆ ਹੈ, ਉਹਨਾਂ ਦਾ ਦਲ ਭੱਜਣ ਲੱਗਿਆ, ਗੁਰੂ ਕਾ ਦਲ ਜਿਹੜਾ ਹੈ ਉਹ ਜਕਾਰੇ ਛੱਡਣ ਲੱਗਿਆ ਜੀ ਦੋਹਰਾ। ਭਾਗਿਓ ਸ਼ਾਹ ਪਖਾ ਪਹਾਰ ਕੋ ਫਤਿਹ ਸ਼ਾਹ ਧਰ ਤਰਾਸੂ। ਮਾਰੇ ਗਏ ਪਠਾਨ ਗਨ ਹਰੀ ਚੰਦ ਪੁਨ ਨਾਸ਼। ਇਉਂ ਫਤਿਹ ਸ਼ਾਹ ਨੇ ਦੇਖਿਆ ਹੁਣ ਮੈਂ ਕਰ ਸਕਦਾ ਇਹ ਵੀ ਪਹਿਲਾਂ ਭੱਜਿਆ ਹੈ
ਤੇ ਭਜਦੇ ਦੇ ਨਾਲ ਪਹਾੜੀਏ ਤੇ ਬਚੇ ਹੋਏ ਪਠਾਨ ਵੀ ਭੱਜ ਲਏ, ਕਿਉਂਕਿ ਹਰੀ ਚੰਦ ਜੋਧਾ ਔਰ ਇਹਨਾਂ ਦੇ ਤਿੰਨੇ ਜਰਨੈਲ ਹੈ ਜਿਹੜੇ ਉਹ ਮਾਰੇ ਗਏ ਹਨ। ਮਰੇ ਹਜ਼ਾरों ਵੀਰ ਜਿਹੇ ਜੀਵਤ ਚੱਲੇ ਪਲਾਏ। ਔਰ ਹਜ਼ਾਰਾਂ ਦੀ ਗਿਣਤੀ ਵੀ ਸਿਪਾਹੀ ਵੀ ਇਹਨਾਂ ਦੇ ਮਾਰੇ ਗਏ ਹੈ, ਜਿਹੜੇ ਬਚ ਗਏ ਉਹ ਭੱਜ ਗਏ। ਗਿਰਪਤ ਸੰਗ ਸਿਧਾਰ ਲੀਤ ਗਏ ਤੁਰੰਗ ਤਵਾਏ। ਫਤਿਹ ਸ਼ਾਹ ਦੇ ਨਾਲ ਦੂਸਰੇ ਪਹਾੜੀਏ ਵੀ ਆਪਣੇ ਘੋੜਿਆਂ ਤੇ ਬੈਠੇ ਭੱਜ ਲਏ ਜੀ। ਤੁਮਰ ਛੰਦ ਸਰਤਾ ਗਿਰੀ ਜਿਸ ਨਾਏ ਤਿਸ ਮੈਂ ਗਿਰੇ ਬਹੁ ਜਾਏ। ਔਰ ਇੱਕ ਨਦੀ ਦਾ ਨਾਮ ਹੈ ਗਿਰੀ, ਇੱਕ ਨਦੀ ਦਾ ਨਾਮ ਹੈ ਜਮਨਾ। ਦੋਨਾਂ ਨਦੀਆਂ ਦੇ ਵਿਚਾਲੇ ਇਹ ਭੰਗਾਣੀ ਦਾ ਪਲੇਨ ਥਾਂ ਸੀ, ਜਿੱਥੇ ਜੰਗ ਵਾਸਤੇ ਸਤਿਗੁਰਾਂ ਨੇ ਰਣ ਮੰਡਿਆ ਹੈ। ਔਰ ਇਸ ਤਰ੍ਹਾਂ ਕਈ ਤਾਂ ਭੱਜਦੇ ਭੱਜਦੇ ਕਹਿੰਦੇ ਉਹ ਗਿਰੀ ਨਦੀ ਵਿੱਚ ਡੁੱਬ ਗਏ। ਤਰ ਹੋਏ ਪਾਰਹਿ ਕੋਏ ਵਿੱਚ ਡੂਬ ਗਏ ਤਿਸ ਜੋਏ। ਜਿਹਦੇ ਤਰਨ ਜਾਣਦੇ ਸੀ ਉਹ ਪਾਰ ਹੋ ਗਏ, ਜੇ ਨਹੀਂ ਤਰਨ ਜਾਣਦੇ ਸੀ ਉਹ ਵਿੱਚ ਡੁੱਬ ਗਏ ਜੀ। ਗਿਰ ਪੈ ਚੜੇ ਕਿਤ ਜਾਏ ਜਹ ਰਾਜਪੁਰਾ ਬਸਾਏ। ਔਰ ਕਈ ਰਾਜਪੁਰੇ ਪਿੰਡ ਹੈ ਇੱਕ ਪਹਾੜਾਂ ਦੇ ਵਿੱਚ, ਉਧਰ ਨੂੰ ਹੋਲੇ ਪਹਾੜਾਂ ਤੇ ਚੜ ਗਏ। ਜਮਨਾ ਨਦੀ ਦਿਸ਼ ਹੋਏ ਡਰ ਭਾਜੈ ਗਏ ਤਰ ਕੋਏ। ਔਰ ਕਈ ਜਮਨਾ ਦੇ ਵਿੱਚੋਂ ਜੋ ਘਾਟ ਬਣਦੀ ਸੀ ਟੱਪਣ ਵਾਸਤੇ ਉਥੋਂ ਦੀ ਲੰਘ ਕੇ ਭੱਜ ਗਏ। ਨਹਿ ਆਪ ਮੈਂ ਸੰਭਾਰ ਰਣ ਤਿਆਗ ਹੈ ਬਿਕਰਾਰ। ਇਸ ਤਰ੍ਹਾਂ ਕੋਈ ਕਿਸੇ ਨੂੰ ਹੁਣ ਸੰਭਾਲਦਾ ਨਹੀਂ। ਜੰਗ ਦਾ ਭਿਆਨਕ ਮੈਦਾਨ ਦੇਖ ਕੇ ਭੱਜ ਗਏ। ਮਰ ਗਏ ਪਲਾਵਤ ਕੋਏ ਜਲ ਮੈਂ ਡੁੱਬੇ ਡਰ ਹੋਏ। ਕਈ ਭੱਜਦੇ ਮਰ ਗਏ, ਡਿੱਗ ਕੇ ਪਾਣੀ ਦੇ ਵਿੱਚ ਡੁੱਬ ਕੇ ਮਰ ਗਏ, ਤੇ ਬਹੁਤ ਸਾਰੇ ਜੰਗ ਦੇ ਮੈਦਾਨ ਵਿੱਚ ਮਰ ਗਏ ਹਨ। ਪਹੁੰਚੀ ਤਿਨਹੁ ਸੁਧ ਧਾਮ ਗੁਰ ਪਾਏ ਕੈ ਸੰਗਰਾਮ। ਇਸ ਤਰ੍ਹਾਂ ਜਦ ਉਹਨਾਂ ਦੇ ਘਰਾਂ ਵਿੱਚ ਖਬਰ ਪਹੁੰਚੀ ਕਿ ਸਾਡਾ ਫਤਿਹ ਸ਼ਾਹ ਜਿਹੜਾ ਫੌਜ ਲੱਗਿਆ ਸੀ ਉਹ ਲੜਕੇ ਆਪਣਾ ਹਾਰ ਗਿਆ ਹੈ। ਸਰ ਮਾਰ ਕੈ ਹੱਥ ਪ੍ਰਾਨ ਰਣ ਖੇਤ ਰਾਖ ਨਿਦਾਨ। ਔਰ ਜਿਨ੍ਹਾਂ ਦੇ ਘਰ ਦੇ ਮਰ ਗਏ ਉਹ ਗੁਰੂ ਪਿਆਰਿਓ ਪਿੱਟਦੀਆਂ ਹਨ, ਬੀਬੀਆਂ ਰੋਂਦੀਆਂ ਹਨ ਕਿ ਸਾਡੇ ਜਿਹੜੇ ਘਰਾਂ ਦੇ ਸੀ ਮਾਲਕ ਉਹ ਜੰਗ ਦੇ ਮੈਦਾਨ ਵਿੱਚ ਰਹਿ ਗਏ। ਸੁਨ ਸ਼ੋਕ ਭਾਵ ਵਿਸਤਾਰ ਦ੍ਰਿਗ ਰੋਦਤੀ ਜਲ ਤਾਰ। ਬਹੁਤ ਸਾਰੀਆਂ ਬੀਬੀਆਂ ਅੱਖਾਂ 'ਚੋਂ ਪਾਣੀ ਦੀਆਂ ਧਾਰਾਂ ਡਿੱਗਦੀਆਂ ਹੋਈਆਂ ਰੋਣ ਲੱਗੀਆਂ ਜੀ। ਬਹੁ ਪੀਟਤੀ ਤਨ ਨਾਰ ਸਿਰ ਬਾਰ ਬਰਿੰਦ ਉਖਾਰ। ਬਹੁਤ ਸਾਰੀਆਂ ਇਸਤਰੀਆਂ ਪਠਾਨਾਂ ਦੀਆਂ ਪਹਾੜੀਆਂ ਦੀਆਂ ਪਿੱਟ ਪਿੱਟ ਕੇ ਰੋਣ ਲੱਗੀਆਂ। ਗਿਰ ਦੇਸ਼ ਬਾਇਸ ਧਾਰ ਰੁਦ ਨੰਤ ਕੂਕਨ ਮਾਰ। ਹਾਂ, ਇਹ ਸਾਰੇ ਲੋਕ ਆਏ ਤਾਂ ਅਸੀਂ ਵਿਆਹ ਦੇ ਵਿੱਚ, ਪਰ ਵਿਆਹ ਦੇ ਵਿੱਚ ਜਿਹੜਾ ਹੈ ਜੰਗ ਦਾ ਮੈਦਾਨ ਰਚ ਕੇ ਬੈਠ ਗਏ। ਹੁਣ ਜਿਹੜੇ ਵਿਆਹੁਣ ਵਾਸਤੇ ਆਏ ਸੀਗੇ ਰਾਜਾ ਭੀਮ ਚੰਦ ਦੇ ਮੁੰਡੇ ਦੇ ਨਾਲ ਬਰਾਤੀ ਬਣ ਕੇ, ਜਦ ਵਾਪਸ ਉਹਨਾਂ ਦੇ ਘਰੇ ਵੀ ਖਬਰਾਂ ਪਹੁੰਚੀਆਂ ਕਿ ਤੁਹਾਡੇ ਜਿਹੜੇ ਬਰਾਤੀ ਬਣ ਕੇ ਗਏ ਸੀ ਉਹ ਤਾਂ ਪਰਮੇਸ਼ਰ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਨਰਕਾਂ ਨੂੰ ਤੋੜ ਦਿੱਤੇ ਹਨ, ਮੌਤ ਦੇ ਲਾੜੇ ਬਣ ਕੇ ਉਧਰ ਚਲੇ ਗਏ ਹਨ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਪਹਾੜੀ ਇਲਾਕੇ ਵਿੱਚ ਬਾਈ ਧਾਰ ਦੇ ਇਲਾਕੇ ਵਿੱਚ ਰੋਣਾ ਪਿੱਟਣਾ ਪੈ ਗਿਆ ਜੀ। ਸਭ ਧਾਮ ਧਾਮਨ ਮਾਹੇ ਤ੍ਰਿਏ ਬ੍ਰਿੰਦ ਹੋਏ ਬਿਲ ਪਾਹੇ। ਸਾਰੇ ਆਹੀ ਘਰਾਂ ਦੇ ਵਿੱਚ ਬੁੜੀਆਂ ਇਕੱਠੀਆਂ ਹੋ ਕੇ ਬਿਰਲਾਪ ਕਰਦੀਆਂ ਸਨ। ਏਮ ਸ੍ਰੀ ਗੁਰੂ ਰਣਜੀਤ ਬੱਜ ਧੁੰਦ ਭੈ ਰਣਜੀਤ। ਇਉਂ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਨੂੰ ਜਿੱਤ ਕੇ ਤੇ ਰਣਜੀਤ ਨਗਾਰਾ ਵਜਾਉਂਦੇ ਹੋਏ ਜੁਗ ਭਰਾਤ ਲੋਥੇ ਉਠਾਏ ਪੁਰ ਪਾਵਟੇ ਪਹੁੰਚਾਏ। ਔਰ ਜੀਤਮਲ ਤੇ ਸੰਗੋ ਸ਼ਾਹ ਦੇ ਸਰੀਰਾਂ ਨੂੰ ਪੌਂਟਾ ਸਾਹਿਬ ਲੈ ਆਂਦਾ ਹੈ ਜੀ। ਸੰਸਕਾਰ ਕੀਨ ਬਨਾਏ ਸੁਰ ਲੋਕ ਬਾਸਾ ਪਾਏ। ਇਉਂ ਇਹਨਾਂ ਦਾ